रखन दा तो बाकी अल्लाह खैर खैर रखे तो अल्लाह जेडे काम दी नजरसवाली करे तो काम दा फिर बड़ा ही मजा ना तो नाले इस माल च घाटा कोई नहीं जेडे बंदे भी कर लेना ना उन्हें इहदे च घाटा कोई नहीं। अस्सलाम वालेकुम किसान वीरो, अज 15 साला तजर्बा रखन वाले एक नौजवान कोल मौजूद हाँ जिसने सिर्फ 3 जानवरों तो यह काम शुरू किया ते हुण माशाअल्लाह इस भाई दे कोल 50 जानवर ने। इस भाई का कहना वे इस काम दे विच ना कोई नुकसान है ते ना कोई घाटा वे ते अज दी इस वीडियो दे विच इस भाई दियां कीमती ते मज़ेदार गल्लां तुहाडे नाल शेयर करांगे। वीडियो नूं मुकम्मल लाजमी वेखियो, इंशाअल्लाह अज़्ज़वजल तुहानूं फायदा जरूर होवेगा ते वीडियो नूं लाइक भी करो ते वीडियो नूं शेयर भी करो ताकि दूसरे किसान भाइयों का भी फायदा होवे। ते चलो इस भाई नाल करने आ गलबात। अस्सलाम वालेकुम। वालेकुम सलाम। प्यारे भाई की हाल है? अल्लाह दा करम भाईजान। की नाम है भाई दा? अली हसन चीमा। अली हसन साहब किन्ने साल तो तुसी जानवरों का काम करते हो पे? ਅਸੀਂ तकरीबन 10 ਤੋਂ 15 ਸਾਲ ਤੋਂ ਜਾਨਵਰਾਂ ਦਾ ਕੰਮ ਸ਼ੁਰੂ ਕੀਤਾ ਹੈ। माशाल्लाह इस टाइम किन्ने जानवर ने? ਹੈ ਨੇ ਕੋ 50 ਕੋ। ते 10-12 साल पहले किन्ने जानवरों तो काम शुरू किया हजे? ਸਾਡੇ ਕੋਲ ਤਕਰੀਬਨ 3-4 ਤੋਂ ਸ਼ੁਰੂ ਕੀਤਾ ਸੀ ਤੇ ਮਾਸ਼ਾਅੱਲਾ ਹੁਣ ਜਿਹੜਾ ਕੋ 50-60 ਹੋ ਗਏ ਨੇ। ते ਇਹ 3-4 ਤੋਂ ਇਜ਼ਾਫਾ ਹੋਇਆ ਕਿ ਕੁਝ ਖਰੀਦੇ ਵੀ ਨੇ? ਨਹੀਂ ਖਰੀਦੇ ਵੀ ਨੇ ਤੇ ਇਜ਼ਾਫਾ ਵੀ ਹੋਇਆ। ਕਿੰਨੇ ਕ ਖਰੀਦੇ ਤੇ ਕਿੰਨਾ ਇਜ਼ਾਫਾ ਹੋਇਆ? तकरीबन यही कर लो कि खुदा ना इजाफा जड़ा जिन्ना चो डंगरा तो 15 हो गए होने ने ते बाकी को खरीदे ने को नाल लैन देन दा भी काम शुरू कीता है ना। यानी तुसी डेयरी दे नाल व्यापार दा काम भी करदे हो? जी बिल्कुल कर रहे हैं। ते सर तुहाडा 10-12 साल दा तजर्बा कैसा रहा है? ਇਹ ਕੰਮ कैसा है? ਕੰਮ ठीक है। काम ਜਿਹੜਾ ਕਰਨ ਵਾਲਾ ਬੰਦਾ ਉਹਨੂੰ ਤੇ ਕਿਸੇ ਸ਼ਾਇਦ ਦਾ ਘਾਟਾ ਨਹੀਂ ਹੈ। ਬੜਾ ਮਜ਼ੇ ਵਾਲਾ ਕੰਮ ਹੈ। ਆਪਣਾ ਜਨਾਬ ਰੂਟੀਨ ਨਾਲ ਕਰੀਏ, ਰੂਟੀਨ ਨਾਲ ਆਪਣਾ ਦੁੱਧ ਸਾਡਾ ਜਾਂਦਾ ਤਕਰੀਬਨ ਡੇਲੀ ਦਾ ਕੋਈ 2-3 ਮਣ ਤੇ ਦੁੱਧ ਦਾ ਰੇਟ ਵੀ ਕਾਫੀ ਹੈ ਤੇ ਮਾਸ਼ਾਅੱਲਾ ਸਾਨੂੰ ਮਜ਼ਾ ਪਿਆਉਂਦਾ ਕੰਮ ਕਰਨ ਦਾ। ਜ਼ਬਰਦਸਤ। ਅੱਛਾ ਸਰ ਇਹ ਤੁਹਾਂ ਕਿਹਾ ਕਿ ਕੰਮ ਬੜਾ ਜ਼ਬਰਦਸਤ ਹੈ ਤੇ ਨਵੇਂ ਮੁੰਡਿਆਂ ਵਾਸਤੇ ਜਿਹੜੇ ਬੇਰੋਜ਼ਗਾਰ ਨੇ ਇੱਕ ਥੋੜਾ ਜਿਹਾ ਛੋਟਾ ਜਿਹਾ ਪਲਾਨ ਜਿਹਾ ਬਣਾ ਕੇ ਦੱਸੋ ਵੀ ਇੰਨੀਆਂ ਮੱਝਾਂ ਲੈ ਕੇ ਕਰਨ ਤੇ ਇੰਨਾ ਮੁਨਾਫਾ ਹੋ ਜਾਂਦਾ, ਇੰਨਾ ਖਰਚਾ ਹੋ ਜਾਂਦਾ ਤੇ ਇੰਨੀ ਕੁ ਮਿਹਨਤ ਕਰਨੀ ਪੈਂਦੀ। ਬਿਲਕੁਲ 2 ਮੱਝਾਂ ਹੋਣ ਤੇ ਸੋਹਣਾ ਗੁਜ਼ਾਰਾ ਹੁੰਦਾ ਹੈ। 2 ਮੱਝਾਂ ਦੁੱਧ ਦੇਣ ਨਾਲ ਉਹ ਤਕਰੀਬਨ 10 ਕਿਲੋ ਵੀ ਦੁੱਧ ਵੇਚੀਏ ਤੇ 1000 ਰੁਪਏ ਦਾ ਦੁੱਧ ਹੈ ਇੱਕ ਟਾਈਮ ਦਾ 2 ਮੱਝਾਂ ਦਾ। ਠੀਕ ਹੈ। ਦੋ ਟਾਈਮ ਦੁੱਧ ਵੇਚੀਏ ਤੇ 2000 ਰੁਪਏ ਦਾ ਦੁੱਧ ਬਣਦਾ ਤੇ 1000 ਰੁਪਏ ਦਾ ਖਰਚਾ ਨਹੀਂ ਹੁੰਦਾ। ਮੱਝਾਂ 2 ਬੜਾ ਵੀ ਖਾਣਗੀਆਂ ਨਾ ਤੇ ਬੜਾ ਕਰਨਗੀਆਂ ਤੇ 700-800 ਰੁਪਏ ਦਾ ਉਹ ਖਾ ਲੈਣਗੀਆਂ ਰਾਸ਼ਨ 2 ਮੱਝਾਂ। ਠੀਕ ਹੈ। 2 ਤੋਂ ਬਾਕੀ ਸਾਰੀ ਬਚਤ ਹੀ ਹੈ। ਯਾਨੀ ਅਗਰ ਬੜਾ ਖਾਣ ਤੇ 400 ਰੁਪਏ ਖਾਂਦੀਆਂ ਨੇ? ਅੱਛਾ 500 ਕਰ ਲਓ, 400-500 ਇੰਨਾ ਹੀ ਖਾਂਦੀਆਂ ਨੇ। ਤੇ ਉਹਦੇ ਵਿੱਚ ਕਿਹੜਾ ਖਰਚਾ ਹੁੰਦਾ ਹੈ? ਉਹਦੇ ਵਿੱਚ ਖਰਚਾ ਇਹ ਹੈ ਕਿ ਇੱਕ ਵੰਡੇ ਦਾ ਤੋੜਾ ਲਈਏ, ਇੱਕ 1650 ਦਾ ਵੰਡੇ ਦਾ ਤੋੜਾ ਹੁੰਦਾ ਹੈ। ਉਹਦੇ ਵੰਡੇ ਦੀਆਂ ਆਈਟਮਾਂ ਵੀ ਕਾਫੀ ਨੇ। ਅੱਛਾ ਜਿਹੜੀ ਆਈਟਮ ਇਸਤੇਮਾਲ ਕਰੋ ਕੋਈ ਜਿਹੜਾ ਸਾਨੂੰ ਦੁੱਧ ਦੇ ਵਿੱਚ ਇਜ਼ਾਫਾ ਕਰੇ, ਉਹ ਜਾਨਵਰ ਦੀ ਜਿਹੜੀ ਹੈ ਨਾ खुदा ना है पैदावार या जानवर रखे तंदुरुस्त जबरदस्त वो जड़ा वंडा इस्तेमाल करो तो 1600-1650 तक वंडे की बोरी आउंदी है, 10 दिन जाती है। ठीक है। उस हिसाब दे नाल अपना तुसीं वंडे नूं पा लवो ते वंडे दी एवरेज कढ लवो। वो तो बंदा जिहड़ा काम शुरू करना है उन्हें थोड़ी बहुती अपनी अकल दे मुताबिक उन्हें थोड़ी जी काम दी वंड कढनी है। ठीक है। ते नस्लां काफी सारियां ने जिहड़ियां ज्यादा नस्ल जिहड़ी दुध देंदी है ना आरफ वाले साइड दी नीलम रावी इस साइड जिहड़ी नस्ल है ना वो दुध देंदी है। ਤੇ ਉਹ ਜਿਹੜੀ ਹੈ ਨਾ ਐਸਾ ਸਾਡੇ ਇਸ ਇਲਾਕੇ ਦੀ ਆਪਣੇ ਸਿਆਲਕੋਟ ਹੋ ਗਿਆ ਜਾਂ ਆਪਣਾ ਸਾਡਾ ਏਰੀਆ ਹੋ ਗਿਆ ਗੁਜਰਾਤ ਗੁਜਰਾਂਵਾਲਾ ਡਿਵੀਜ਼ਨ ਇਸ ਏਰੀਆ ਦੀ ਜਿਹੜੀ ਮੱਝ ਨਾ ਇਹ ਘੱਟ ਦੁੱਧ ਦਿੰਦੀ ਹੈ ਤਾਂ ਕਿ ਉਸ ਜੂ ਦਾ ਪੱਠਾ ਵੀ ਭਾਰਾ ਤੇ ਜਿਹੜਾ ਡੰਗਰ ਉੱਥੋਂ ਲਿਆ ਜਾਵੇ ਨਾ ਅਸੀਂ ਉੱਥੋਂ ਲਿਆ ਕੇ ਤੇ ਇੱਥੇ ਸੇਲ ਕਰ ਰਹੇ ਹਾਂ। ਅੱਛਾ ਠੀਕ ਹੈ। ਉਹ ਜਿਹੜਾ ਡੰਗਰ ਹੈ ਨਾ ਉਹ ਆਪਣਾ ਜਨਾਬ ਦੁੱਧ ਵੀ ਦਿੰਦਾ ਆਪਣਾ ਉਹਦੀ ਪੈਦਾਵਾਰ ਵੀ ਠੀਕ ਹੈ। ਉਹ ਬੜਾ ਮਜ਼ਾ ਆਉਂਦਾ ਡੰਗਰ ਰੱਖਣ ਦਾ ਤੇ ਬਾਕੀ ਅੱਲਾ ਖੈਰ ਖੈਰ ਰੱਖੇ ਤੇ ਅੱਲਾ ਜਿਹੜੇ ਕੰਮ ਦੀ ਨਜ਼ਰਸਵਾਲੀ ਕਰੇ ਉਹ ਤੇ ਕੰਮ ਦਾ ਫਿਰ ਬੜਾ ਹੀ ਮਜ਼ਾ ਨਾ ਤੇ ਨਾਲੇ ਇਸ ਮਾਲ 'ਚ ਘਾਟਾ ਕੋਈ ਨਹੀਂ। ਜਿਹੜੇ ਬੰਦੇ ਵੀ ਕਰ ਲੈਣਾ ਨਾ ਉਹਨੇ ਇਹਦੇ 'ਚ ਘਾਟਾ ਕੋਈ ਨਹੀਂ। यानी इस काम च घाटा कोई नहीं? जी बिल्कुल कोई नहीं। जिंदाबाद जिंदा माल है। अच्छा सर ए दसो कि तुसी कितना क वंडा पांदे हो फी जानवर? ਇਹ ਫੀ ਜਾਨਵਰ ਨੂੰ 5 ਕਿਲੋ ਜਿਹੜਾ ਨਾ ਮੱਝ ਨੂੰ ਇੱਕ ਟਾਈਮ ਪਾਇਆ ਜਾਂਦਾ ਹੈ। ਅੱਛਾ ਤੇ ਉਹ ਫਿਰ ਕਈ ਜਾਨਵਰ ਹੁੰਦੇ ਨੇ ਕੋਈ ਪੱਠੇ ਦਾ ਵੀ ਹਿਸਾਬ ਹੁੰਦਾ ਨਾ ਜੇ ਉਧਰੋਂ ਪੱਠਾ ਹਰਾ ਘੱਟ ਹੋਵੇ ਕੋਈ ਤੂੜੀ ਹੋਵੇ ਸੁੱਕੀ ਉਧਰੋਂ ਪਾਈ ਹੋਵੇ ਤੇ ਫਿਰ 2 ਕਿਲੋ ਵੱਧ ਵੀ ਕਰ ਲਈਦਾ ਤੇ ਜੇ ਨਾ ਹੋਵੇ ਤਾਂ ਕੋਈ 2 ਕਿਲੋ ਘਟਾ ਵੀ ਲਈਦਾ। ਜੇ ਪੱਠਿਆਂ ਦੀ ਨਿਸਬਤ ਵੇਖ ਲਈਦਾ ਨਾ ਕਿ ਸਾਡੇ ਪੱਠਿਆਂ ਦੀ ਕੀ ਨਜ਼ਾਕਤ ਹੈ। ਇੱਕ ਟਾਈਮ ਦਾ 5 ਕਿਲੋ ਜਾਂ ਦੋਵਾਂ ਦਾ? ਇੱਕ ਟਾਈਮ ਦਾ। ਤੇ ਫਿਰ 2 ਟਾਈਮਾਂ ਦਾ 10 ਕਿਲੋ ਹੋ ਗਿਆ? ਜੀ ਬਿਲਕੁਲ ਹੋ ਗਿਆ। ਤੇ ਕਈ ਸਿਆਣੇ ਕਹਿੰਦੇ ਨੇ ਬਹੁਤਾ ਵੰਡਾ ਵੀ ਖਰਾਬ ਲੱਗਦਾ ਹੈ। ਤੁਸੀਂ ਕੀ ਕਹਿੰਦੇ? ਐਸੀ ਗੱਲ ਨਹੀਂ। ਬੰਦਾ ਹੁਣ ਘਿਓ ਖਾਵੇ ਤੇ ਉਹ ਖਰਾਬ ਹੁੰਦਾ ਆਂਦੇ ਬੰਦਾ ਫਿੱਟ ਜਾਂਦਾ ਨਹੀਂ। ਬੰਦਾ ਹੁਣ ਫਸਲ ਨੂੰ ਬਹੁਤੀ ਤਾਕਤ ਮਿਲ ਜਾਏ ਤੇ ਉਹ ਫਿਰ ਫਲ ਫਰੂਟ ਨਹੀਂ ਪੈਦਾ ਕਰਦਾ। ਨਹੀਂ ਬਿਲਕੁਲ ਕੋਈ ਐਸੀ ਗੱਲ ਨਹੀਂ। ਖੁਦਾ ਨਾ ਜਿੰਨਾ ਵੀ ਖਾਦਾ ਜੋ ਨਾ ਪਾਣਾ ਜੇ ਪਾਇਆ ਦਾ ਸੇਵਾ ਦਾ ਮੇਵਾ ਹੈ। ਅੱਛਾ
ਅੱਛਾ ਸਰ, ਇਹ ਦੱਸੋ ਕਿ ਤੁਸੀਂ ਜਿਹੜੇ ਇਹਨਾਂ ਦੇ ਜਾਨਵਰਾਂ ਦੇ ਕੱਟੀਆਂ ਕੱਟੇ ਨੇ, ਦੁੱਧ ਦੀ ਤਾਂ ਤੁਸੀਂ ਗੱਲ ਕਰ ਲਈ ਨਾ, ਵੰਡਾ ਪਾ ਲਿਆ ਤੇ ਦੁੱਧ ਵੇਚ ਲਿਆ, ਕੱਟੀਆਂ ਕੱਟਿਆਂ ਦਾ ਕੀ ਕਰਦੇ ਹੋ? ਉਹਨਾਂ ਨੂੰ ਪਾਲਦੇ ਹੋ ਕਿ ਉਹਨਾਂ ਨੂੰ? ਕੱਟੀਆਂ ਕੱਟੇ ਭਾਜਨ ਬੜੇ ਪੈਸੇ ਬਣਦੇ ਨੇ, ਜੇ ਫਰਜ਼ ਕੀਤਾ ਦੁੱਧ ਵੇਚ ਲਈਏ ਨਾ ਤੇ ਫੇਰ ਵੀ ਪੈਸੇ ਛੇਤੀ ਬਣ ਜਾਂਦੇ ਨੇ। ਉਹ ਜਿਹੜਾ ਜਾ ਨੂੰ ਦੁੱਧ ਛੱਡਿਆ ਹੁੰਦਾ ਉਹ ਕਦੀ ਖਤਾਈ ਨਹੀਂ ਜਾਂਦਾ। ਅੱਛਾ, ਜਾ ਨੂੰ ਦੁੱਧ ਜਿਹੜਾ ਛੱਡ ਲਈਏ ਉਹ 6 ਮਹੀਨਿਆਂ ਬਾਅਦ ਜਾ ਦੀ ਇਕੱਠੀ ਰਕਮ ਬਣ ਜਾਂਦੀ ਹੈ। ਠੀਕ ਹੈ, ਤੇ ਜਾ ਨੂੰ ਦੁੱਧ ਛੱਡਣਾ ਚਾਹੀਦਾ। ਚਲੋ 2 ਅਗਲੇ ਥਣ ਜਿਹੜੇ ਨੇ ਉਹ ਜਾਨਵਰ ਬੱਚੇ ਨੂੰ ਛੱਡ ਦਿਓ ਜਾ ਨੂੰ, ਤੇ ਪਿਛਲੇ ਝੋਲੇ ਹੀ ਹੈ ਨਾ, ਤੇ ਤਾਂ ਵੀ ਆਪਣਾ ਭਾਜ ਸਾਡਾ ਸਰਕਟ ਪਿਆ ਚੱਲਦਾ ਤੇ ਜੇ ਉਹ 2 ਥਣ ਹੀ ਕੱਟੇ ਨੂੰ ਛੱਡ ਦਿੰਦੇ ਆ ਤੇ ਫਰਜ਼ ਕਰੋ ਸਾਡਾ ਉਹਦੇ ਚ ਟੁੱਟ ਜਾਂਦਾ 500-700 ਦਾ ਦੁੱਧ ਚਲਾ ਜਾਂਦਾ ਹੈ, ਤੇ ਕਿਆ ਸਾਡਾ ਜਾਨਵਰ 500-700 ਦਾ ਇਜ਼ਾਫਾ ਕਰ ਜਾਂਦਾ ਹੈ? ਉਹ ਡਬਲ ਕਰੇਗਾ ਭਾਜੀ, ਵਾਕਈ ਡਬਲ ਕਰੇਗਾ। ਲੋਕ ਕਹਿੰਦੇ ਨੇ ਨੁਕਸਾਨ ਕਰਦਾ ਹੈ। ਨਹੀਂ, ਲੋਕ ਨਹੀਂ ਕਹਿੰਦੇ, ਉਹ ਗੁੱਜਰ ਜਿਹੜਾ ਕਹਿੰਦੇ ਨੇ ਥੋੜੇ ਜਿਹੜਾ ਤਬਕੇ ਦਾ ਤਲਕ ਰੱਖਦੇ ਨੇ, ਤੇ ਜਿਹੜੇ ਅਸੀਂ ਜੱਟ ਆ ਨਾ, ਅਸੀਂ ਲੋਕ ਨਹੀਂ ਆਂਦੇ, ਸਾਨੂੰ ਤਾਂ ਬੜਾ ਜਾਵਾਂ ਦਾ ਹੀ ਪ੍ਰੋਫਿਟ ਹੈ। ਠੀਕ ਹੈ, ਇੱਕ ਫਰਜ਼ ਕੀਤਾ 1.5 ਲੱਖ ਦੀ ਜਾਂ 2 ਲੱਖ ਦੀ ਮੱਝ ਲਿਆਉਨੇ ਆ, ਉਹਦਾ ਇੱਕ 50-60 ਹਜ਼ਾਰ ਦਾ ਸੀਜ਼ਨ ਦਾ ਦੁੱਧ ਵੀ ਪੀ ਲੈਨੇ ਆ, ਲੱਖ ਦਾ ਦੁੱਧ ਪੀ ਲੈਨੇ ਆ, ਤੇ ਬਾਅਦ ਚ ਫੇਰ ਜੇ 30-40-50 ਹਜ਼ਾਰ ਦਾ ਜਾ ਵੇਚ ਲਈਏ ਤਾਂ ਡੰਗਰ ਮਹਿੰਗਾ ਤੇ ਕੋਈ ਨਾ। ਬਿਲਕੁਲ ਸਹੀ ਹੈ। ਜਦੋਂ ਤੁਹਾਡਾ ਜਾ ਲੈ ਗਿਆ 50-60 ਹਜ਼ਾਰ ਦਾ, ਤੇ ਨਾਲ ਮੱਝ ਵੀ ਤੇ 80-90 ਹਜ਼ਾਰ ਦੀ ਹੋ ਜਾਣੀ ਹੈ, ਤੇ ਦੁੱਧ ਕਿੱਥੇ? ਦੁੱਧ ਨਹੀਂ ਪੀਤਾ। ਦੁੱਧ ਕਿੰਨਾ ਕੁ ਦੇ ਛੱਡਦੀ ਇੱਕ ਸੂਏ ਚ ਮੱਝ? ਦੁੱਧ ਭਾਜੀ ਉਹ ਨਸਲ ਹੁੰਦੀ ਹੈ, ਜਿੰਨਾ ਕੁ ਗੁੜ ਪਾਣਾ ਜੇ ਉਹਨਾਂ ਕੁ ਮਿੱਠਾ। ਆਰਫ ਵਾਲੇ ਦੀ ਕਿੰਨਾ ਕੁ ਦੇ ਛੱਡਦੀ? ਆਰਫ ਵਾਲੇ ਦੀ ਛੱਡਦੀ ਹੈ ਭਾਜੀ ਕੁਦਾ ਨਾ 16 ਕਿਲੋ ਵੀ ਦਿੰਦੀ ਹੈ, 15 ਕਿਲੋ ਵੀ ਦਿੰਦੀ। ਨਹੀਂ, ਪੂਰੇ ਸੂਏ ਚ? ਪੂਰੇ ਸੂਏ ਦਾ ਭਾਜੀ ਹਿਸਾਬ ਕਰ ਲਵੋ, 12 ਕਿਲੋ ਨੂੰ ਜ਼ਰਬ ਦੇ ਲਵੋ ਪੂਰੇ ਸਾਲ ਨਾਲ। ਸਾਲ ਦੁੱਧ ਦੇ ਛੱਡਦੀ ਆਰਫ ਵਾਲੇ ਦੀ ਮੱਝ? ਸਾਲ ਨਾਲ ਦੇ ਤਾਂ 7-8 ਮਹੀਨੇ ਤੇ ਕਿਤੇ ਨਹੀਂ ਨਾ ਗਏ। 8 ਮਹੀਨੇ ਅਗਰ ਦੇ ਤੇ ਬਣਦਾ 12-36 360 ਰੁਪਏ 8। ਚਲੋ ਇਹ ਕੱਢ ਲੈਣ ਜਿਹੜੇ ਵੇਖਣ ਵਾਲੇ ਨੇ, ਤੇ ਉਹਨਾਂ ਕੁ ਦੁੱਧ ਸਾਨੂੰ ਮਿਲ ਜਾਂਦਾ ਹੈ। ਦੁੱਧ ਦਾ ਰੇਟ ਇੱਥੇ ਕੀ ਹੈ? ਦੁੱਧ ਦਾ ਰੇਟ ਜੀ ਇੱਥੇ 80 ਰੁਪਏ ਜੀ। ਅੱਛਾ, ਇਹ ਦੱਸੋ ਕਿ ਜਿਹੜਾ ਇੱਕ ਜਾਨਵਰ ਅਸੀਂ ਦੁੱਧ ਵਾਸਤੇ ਪਾਲਨੇ ਉਹ ਫਾਇਦੇਮੰਦ ਹੈ ਜਾਂ ਗੱਭਣ ਕਰਕੇ ਸੇਲ ਕਰਨਾ ਉਹਦੇ 'ਚ ਜ਼ਿਆਦਾ ਮੁਨਾਫਾ ਹਾਸਲ ਹੁੰਦਾ? ਗੱਭਣ ਵਾਲੀ 'ਚ ਤਾਂ ਤੇਰਾ ਡਬਲ ਹੋ ਜਾਂਦੇ ਨੇ ਨਾ, ਤੇ ਦੁੱਧ ਵਾਲੀ ਤੇ ਇਹ ਹੁੰਦਾ ਫਿਰ ਤੇਰਾ ਕੋ ਬਾਅਦ ਜਿਹੜਾ ਨਿਕਲੇ ਨਾ ਤੇ ਫਿਰ ਉਹ ਕੁਛ ਦੇ ਪਾ ਜਾਂਦੀ ਹੈ। ਪਰ ਲੇਕਿਨ ਪੈਸੇ ਪੂਰੇ ਕਰ ਜਾਂਦੀ। ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹੜਾ ਇਸ ਮਾਲ 'ਚ ਘਾਟਾ ਕੋਈ ਨਹੀਂ, ਅੱਲਾ ਇਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਤੇ ਬਾਕੀ ਇਸ ਮਾਲ 'ਚ ਘਾਟਾ ਕੋਈ। ਤੁਹਾਡਾ ਕੀ ਤਜਰਬਾ ਕਹਿੰਦਾ ਵੀ ਮਾਲ ਜਾਂ ਇੱਕ ਮਾੜਾ ਜਾਨਵਰ ਲੈ ਕੇ ਉਹਨੂੰ ਤਿਆਰ ਕਰਕੇ ਗੋਸ਼ਤ ਵਾਸਤੇ ਵੇਚਣਾ ਚਾਹੀਦਾ ਜਾਂ ਗੱਭਣ ਕਰਕੇ ਵੇਚਣ 'ਚ ਮੁਨਾਫਾ ਜ਼ਿਆਦਾ ਜਾਂ ਦੁੱਧ ਵਾਲੇ ਕਾਰੋਬਾਰ 'ਚ ਜ਼ਿਆਦਾ ਫਾਇਦਾ? ਇਹ ਦੁੱਧ ਵਾਲੇ 'ਚ ਜ਼ਿਆਦਾ ਫਾਇਦਾ। ਅੱਛਾ, ਇੱਕ ਗਾਵਾਂ ਮਾਲ ਲੋਕ ਰੱਖਦੇ ਨੇ ਦੁੱਧ ਦੇ ਹਿਸਾਬ ਨਾਲ, ਉਹ ਗਾਂ ਦਾ ਹਿਸਾਬ ਠੀਕ ਹੈ ਜਾਂ ਮੱਝ ਵਾਲਾ ਖਾਤਾ ਸਹੀ ਹੈ? ਦੇਖੋ ਜੀ, ਗਾਵਾਂ ਦਾ ਡੇਅਰੀ ਵਾਲਾ ਸਿਸਟਮ ਹੋਰ ਹੁੰਦਾ ਹੈ। ਉਹ ਗਾਵਾਂ ਦਾ ਜਿਹੜਾ ਡੇਅਰੀ ਤੋਂ ਬਗੈਰ ਨਹੀਂ ਕੰਮ ਚੱਲਦਾ, ਤਾਂ ਕਿ ਉਹ ਥੋੜਾ ਜਿਹਾ ਕੱਚੇ ਪੱਕੇ ਤੋਂ ਬੜਾ ਪਰਹੇਜ਼ ਕਰਦੀਆਂ ਨੇ ਗਿੱਲੇ ਸਿਸਟਮ ਤੋਂ। ਤੇ ਉਹ ਇਹ ਵੇ ਕਿ ਜਿਹੜਾ ਨਾ ਮੱਝਾਂ ਵਾਲਾ ਸਿਸਟਮ ਸਾਨੂੰ ਲੋਕਾਂ ਨੂੰ ਸਮਝ ਚਾਹੀਦਾ, ਤਾਂ ਕਿ ਆਹ ਥੋੜੇ ਜਿਹੇ ਪੈਸਿਆਂ ਤੋਂ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਹੁੰਦਾ ਹੈ। ਤੇ ਜਿਹੜਾ ਗਾਵਾਂ ਵਾਲਾ ਕੰਮ ਹੈ ਉਹ ਡੇਅਰੀ ਤੋਂ ਬਗੈਰ ਨਹੀਂ ਕਾਮਯਾਬ, ਤਾਂ ਕਿ ਉਹ ਖੁਰਾਕ ਉਹਨੂੰ ਪਾਈ ਜਾਂਦੀ ਹੈ। ਦੂਸਰੇ ਨੰਬਰ ਤੇ ਉਹਨੂੰ ਰਹਿਣ ਦਾ ਤਰੀਕਾਕਾਰ ਸ਼ੈੱਡ ਦੇ ਥੱਲੇ ਉਹਨੇ ਰਹਿਣਾ ਹੁੰਦਾ ਹੈ, ਉਹਦਾ ਥੋੜਾ ਜਿਹਾ ਸਿਸਟਮ ਹੋਰ ਹੈ। ਉਹ ਜ਼ਿਆਦਾ ਪੈਸੇ ਵਾਲਾ ਬੰਦਾ ਕੰਮ ਕਰ ਸਕਦਾ, ਥੋੜਿਆਂ ਪੈਸਿਆਂ ਨਾਲ ਉਹ ਪ੍ਰੋਗਰਾਮ ਨਹੀਂ ਬਣਦਾ। ਯਾਨੀ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਇਹਨਾਂ ਦੀ ਤਬੀਅਤ ਗੁਜਰਾਂ ਨਾਲ ਮਿਲਦੀ ਹੈ, ਇਸ ਤਰ੍ਹਾਂ ਕਰਕੇ ਜ਼ਰਾ ਇਹ ਮੱਝ ਜਿਹੜੀ ਹੈ ਨਾ ਇਹ ਹੋ ਜਾਂਦੀ, ਗੁਜ਼ਾਰਾ ਚੱਲ ਜਾਂਦਾ, ਮੱਝ ਦਾ ਚੱਲ ਜਾਂਦਾ। ਠੀਕ। ਅੱਛਾ ਜੱਟ ਸਾਹਿਬ, ਇੱਕ ਗੱਲ ਦੱਸੋ, ਤੁਸੀਂ ਨਾਲ ਜਾਨਵਰ ਰੱਖੇ ਨੇ, ਇਹਨਾਂ ਦਾ ਦੁੱਧ ਵੀ ਸੇਲ ਕਰਦੇ ਹੋ, ਨਾਲ ਤੁਹਾਡਾ ਵਪਾਰ ਦਾ ਵੀ ਕੰਮ ਹੈ। ਗੱਲ ਜਿਹੜਾ ਨਾ ਸਹੀ ਹਕੀਕਤ 'ਚ ਦੱਸਣੀ ਹੈ, ਜ਼ਿਆਦਾ ਫਾਇਦਾ ਵਪਾਰ ਵਿੱਚ ਹੁੰਦਾ ਹੈ ਜਾਂ ਕਿ ਦੁੱਧ ਦੇ ਕਾਰੋਬਾਰ 'ਚ ਵੇ? ਇੱਕ ਹੋਰ ਸਵਾਲ ਐਡ ਕਰਾਂ ਦਾ, ਨਾਲੇ ਕਿਹੜਾ ਬੰਦਾ ਵਪਾਰ ਕਰ ਸਕਦਾ ਹੈ ਤੇ ਕਿਹੜਾ ਬੰਦਾ ਜਿਹੜਾ ਨਾ ਜਾਨਵਰ ਦੁੱਧ ਦਾ ਕਾਰੋਬਾਰ ਕਰ ਸਕਦਾ ਹੈ? ਭਾਜੀ, ਵਪਾਰ ਉਹ ਬੰਦਾ ਕਰ ਸਕਦਾ ਕਿ ਜਿਹੜਾ ਥੋੜਾ ਜਿਹਾ ਹੌਂਸਲੇ ਕੋ ਕੰਮ ਲਵੇ ਔਰ ਆਪਣੇ ਦਿਲ ਨੂੰ ਸਮਝਾ ਕੇ ਤੇ ਠੰਡੀ ਤਬੀਅਤ ਨਾਲ ਜਿਹੜਾ ਬੰਦਾ ਰੱਖੇ। ਜਿਹੜਾ ਬੰਦਾ ਕਾਲਾ ਪੈ ਗਿਆ ਉਹ ਵਪਾਰ 'ਚ ਕਾਮਯਾਬ ਨਹੀਂ ਹੈ। ਠੀਕ ਹੈ, ਤੇ ਬਾਕੀ ਗੱਲ ਜਿਹੜੀ ਦੁੱਧ ਵਾਲੀ ਹੈ, ਦੁੱਧ ਵਾਲੀ ਅੱਲਾ ਖੈਰ ਖੈਰ ਰੱਖੇ, ਤੇ ਦੁੱਧ ਵਾਲਾ ਕੰਮ ਠੀਕ ਹੈ, ਸਾਨੂੰ ਤਾਂ ਸਮਝ ਆਉਂਦਾ ਦੁੱਧ ਵਾਲਾ। ਵਪਾਰ ਦੇ ਵਿੱਚ ਕੋਈ ਐਸੀ ਗੱਲ ਨਹੀਂ ਕਦੀ ਲੱਗ ਗਿਆ ਕਦੀ ਨਾ ਲੱਗ ਗਿਆ, ਪਰ ਲੇਕਿਨ ਇਹ ਵੀ ਵਪਾਰ ਜਿਹੜੇ ਬੰਦੇ ਨੂੰ ਸਮਝ ਜਾਵੇ ਉਹਨੂੰ ਕਰਨਾ ਚਾਹੀਦਾ, ਜਾਂ ਉਹ ਕਰੇ ਤੇ ਉਹਨੂੰ ਠੀਕ ਹੈ। ਸਾਨੂੰ ਅੱਲਾ ਦੀ ਮਿਹਰਬਾਨੀ ਨਾਲ ਨਾ ਕਦੀ ਵਪਾਰ 'ਚੋਂ ਕਦੀ ਘਾਟਾ ਪਿਆ ਤੇ ਨਾ ਕਦੀ ਦੁੱਧ 'ਚੋਂ ਪਿਆ। ਮਾਸ਼ਾਅੱਲਾ। ਤੇ ਜ਼ਿਆਦਾ ਇਨਵੈਸਟਮੈਂਟ ਵਪਾਰ ਵਾਸਤੇ ਚਾਹੀਦੀ ਹੈ ਜਾਂ ਕਿ ਦੁੱਧ ਦੇ ਕਾਰੋਬਾਰ ਵਾਸਤੇ? ਦੇਖੋ ਜੀ, ਪੈਸੇ ਮਾਮੂਲੀ ਜਿਹੀ ਵੀ ਮੱਝ ਲਈਏ ਤਾਂ 2.5-2 ਲੱਖ ਰੁਪਏ ਦੀ ਮੱਝ ਹੈ, ਤੇ ਉਹਦੇ ਵਾਸਤੇ ਪੈਸੇ ਤੇ ਜ਼ਰੂਰੀ ਨੇ ਦੋਵਾਂ ਕੰਮ ਵਾਸਤੇ। ਠੀਕ ਹੈ। ਅੱਛਾ, ਆਪਣੀ ਡੇਲੀ ਦੀ ਰੂਟੀਨ ਦੱਸੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਨਵਰਾਂ ਨੂੰ ਕਿੰਜ ਦੇਖਭਾਲ ਕਰਦੇ ਹੋ? ਜਾਨਵਰਾਂ ਦੀ ਦੇਖਭਾਲ ਇਹ ਜੀ, ਸਵੇਰ ਉੱਠ ਕੇ ਇਹਨਾਂ ਦਾ ਧਾਰ ਛਰ ਕੱਢ ਕੇ ਇਹਨਾਂ ਨੂੰ ਚਾਰਾ ਡਾਲ ਦੇਈਦਾ। ਠੀਕ ਹੈ। ਤੇ ਤਕਰੀਬਨ 7-8 ਵਜੇ ਇਹਨਾਂ ਨੂੰ ਫਿਰ ਪਾਣੀ ਛਾਣੀ ਵਹਾ ਕੇ ਪਿੱਛਾ ਬੰਨ ਦੇਈਦਾ, ਤੇ ਫਿਰ 1 ਵਜੇ ਪੱਠੇ ਪਾ ਲਈਦੇ ਨੇ, ਤੇ ਉਦੋਂ ਬਾਅਦ ਫਿਰ 4 ਵਜੇ 3-4 ਵਜੇ ਧਾਰਾਂ ਕੱਢ ਲਈਦੀਆਂ ਨੇ। ਧਾਰਾਂ ਕੱਢ ਕੇ ਫਿਰ ਆਪਣਾ ਬਾਅਦ ਪਿੱਛਾ ਬੰਨ ਦੇਈਦੇ ਨੇ। ਅੱਛਾ, ਇੰਨੇ ਅਰਸੇ ਤੋਂ ਤੁਸੀਂ ਜਾਨਵਰ ਰੱਖੇ ਨੇ ਜੀ, ਜਾਨਵਰਾਂ ਦੇ ਕੰਮ 'ਚ ਕਿਹੜੇ ਮੁਸ਼ਕਲਾਤ ਆਉਂਦੀਆਂ ਨੇ?
ਜਾਨਵਰਾਂ ਦਾ ਮੁਸ਼ਕਲਾਤ ਇਹ ਹੈ ਜਦੋਂ ਕੋਈ ਬੱਦਲ ਪੈ ਗਏ ਤਾਂ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ, ਹੋਰ ਕੋਈ ਨਾ ਕੰਮ ਤੇ ਠੀਕ ਹੀ ਹੈ। ਮੈਂ ਕਿਹਾ ਸਾਡੇ ਮੁਲਾਜ਼ਮ ਨੇ, ਅਸੀਂ ਮੁਲਾਜ਼ਮ ਰੱਖੇ ਆ, ਸਾਡਾ ਕੰਮ ਠੀਕ ਹੈ ਚੱਲਦਾ। ਮੁਲਾਜ਼ਮ ਰੱਖ ਕੇ ਤੇ ਬੱਚਤ ਉਸ ਹਿਸਾਬ ਦੀ ਹੋ ਜਾਂਦੀ ਹੈ। ਹਾਂ ਨਹੀਂ ਠੀਕ ਹੈ, ਬੱਚਤ ਵਾਲਾ ਕੰਮ ਠੀਕ ਹੈ। ਫਰਜ਼ ਕੀਤਾ ਹੈ ਕਿ 2 ਕਿਲੋ ਦੁੱਧ ਰੋਜ਼ਾਨਾ ਦਾ ਵੇਚ ਕੇ ਤੇ ਉਹ ਤਨਖਾਹ ਪੂਰੀ ਹੋਈ ਜਾਵੇ ਮੁਲਾਜ਼ਮ ਦੀ, ਉਹ ਕੋਈ ਮਹਿੰਗਾ ਤਾਂ ਨਹੀਂ ਨਾ। ਸਹੀ ਹੋ ਗਿਆ। ਤੇ ਜਾਨਵਰਾਂ ਨੂੰ ਬਿਮਾਰੀਆਂ ਕਿਸ ਕਿਸਮ ਦੀਆਂ ਲੱਗਦੀਆਂ ਸਾਡੇ ਇਲਾਕੇ ਦੇ ਵਿੱਚ? ਸਾਡੇ ਇਲਾਕੇ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ, ਆਮ ਇੱਕ ਜਿਹੜੀ ਆਉਂਦੀ ਹੈ ਉਹ ਮੋਕਰ ਆਉਂਦੀ ਹੈ। ਠੀਕ ਹੈ। ਤੇ ਉਹ ਗਲਗੋਟੂ ਦਾ ਇੱਕ ਬੁਖਾਰ ਚੜਦਾ ਹੁੰਦਾ ਸੀ, ਚਲੋ ਉਹ ਤੇ ਸਾਡੇ ਨਾਲ ਹੁਣ ਕਵਰ ਹੋ ਗਿਆ, ਜੂੰ ਦੇ ਟੀਕੇ ਨਿਕਲੇ ਨੇ ਨਾ, ਜਦੀਦ ਦੌਰ ਆ ਗਿਆ, ਉਹਦੇ ਨਾਲ ਟੀਕੇ ਦਾ ਕੰਮ ਠੀਕ ਹੋ ਗਿਆ। ਤੇ ਜਿਹੜਾ ਹੈ ਨਾ ਮੋਕਰ ਸ਼ੋਕਰ ਦਾ ਉਹ ਆਉਂਦਾ ਹੈ, ਉਹ ਵੀ ਚਲੋ ਮਤਲਬ ਉਹ ਦੇਸੀ ਨੁਕਸੇ ਦੇ ਨਾਲ ਜਿਹੜਾ ਦੇਸੀ ਇਲਾਜ ਕੀ ਜੇ? ਉਹ ਦੇਸੀ ਇਲਾਜ ਇਹ ਹੈ ਕਿ ਕੁਝ ਵਿਆਹ ਪਾਣੀ ਪਾਇਆ ਜਾਂਦਾ, ਕੁਝ ਕੋ ਗੁੜ ਕੋ ਦੁੱਧ ਕੋ ਆਈਆਂ ਆਈਟਮਾਂ ਲਾ ਕੇ ਦਿੱਤੀਆਂ ਜਾਂਦੀਆਂ ਨੇ। ਠੀਕ ਹੈ। ਤੇ ਉਹ ਮੁxtਲਫ ਹੁੰਦਾ ਨਾ, ਕੋਈ ਕਈ ਡੰਗਰ ਸੂਣ ਵਾਲਾ ਹੁੰਦਾ, ਉਹਦੀ ਦੇਸੀ ਇਲਾਜ ਹੁੰਦਾ, ਤੇ ਜਿਹੜਾ ਕੋਈ ਡੰਗਰ ਰੋਂਜਦਾ ਹੋਵੇ ਕੋਈ ਕੰਜ ਕੁੰਜ ਗੋਸ਼ਤ ਵਾਲਾ, ਉਹਨੂੰ ਟੀਕੇ ਵਗੈਰਾ ਵੀ ਲਵਾ ਲਈਦੇ ਨੇ। ਠੀਕ ਹੋ ਗਿਆ। ਅੱਛਾ ਜੱਟ ਸਾਹਿਬ, ਸਾਨੂੰ ਤੁਸੀਂ ਦੱਸਿਆ ਕਿ ਮਾਸ਼ਾਅੱਲਾ ਤੁਸੀਂ 50 ਡੰਗਰ ਰੱਖੇ ਨੇ, ਤੇ 50 ਡੰਗਰਾਂ ਵਾਸਤੇ ਕਿੰਨਾ ਜਿਹੜਾ ਚਾਰਾ ਤੁਸੀਂ ਬੀਜਿਆ ਵੇ, ਕੀ ਦੱਸੋ ਨਾ ਰੂਟੀਨ ਇਹਨਾਂ ਦੀ? ਜੀ ਸਾਡੇ ਕੋਲ ਤੇ ਰਕਬਾ ਕਾਫੀ ਹੈ, ਸਾਡੇ ਕੋਲ ਤਾਂ ਤਕਰੀਬਨ ਅਸਾਂ 35 ਤੋਂ 40 ਕਿੱਲੇ ਜਿਹੜਾ ਨਾ ਸਟਾਲਾ ਬੀਜਿਆ ਜੇ ਮਾਸ਼ਾਅੱਲਾ। ਤੇ ਉਹਦੇ ਵਿੱਚ ਇਹ ਵੇ ਕਿ ਕੁਝ ਸੇਲ ਵੀ ਕਰ ਲਈਦਾ, ਕੁਝ ਆਪਣੇ ਜਾਨਵਰਾਂ ਨੂੰ ਵੈਸੇ ਕਦੀ ਇਸ ਗੱਲ ਦਾ ਹਿਸਾਬ ਕਿਤਾਬ ਕਰਕੇ ਨਹੀਂ ਕਦੀ ਪਾਇਆ, ਤਾਂ ਕਿ ਸਾਡੇ ਕੋਲ ਰਕਬਾ ਕਾਫੀ ਹੈ, ਤਕਰੀਬਨ 80 ਕਿੱਲੇ ਅਸਾਂ ਪਹਿਲੀ ਵਾਈ ਹੈ। 50 ਡੰਗਰਾਂ ਨੂੰ ਰੱਖਣ ਵਾਸਤੇ ਕਿੰਨੀ ਜਗ੍ਹਾ ਬਣਾਈ ਜਾਏ ਜੇ ਸ਼ੈੱਡ ਦੀ ਜਿਹੜੀ ਜਗ੍ਹਾ ਵੇ? ਇਹ ਭਾਈਜਾਨ ਇੱਕ 20 ਤਕਰੀਬਨ ਜਗ੍ਹਾ ਬਣਦੀ ਜੇ। ਅੱਛਾ, ਇੱਕ ਵਿਗੇ ਦੇ ਵਿੱਚ 50 ਤੋਂ ਜ਼ਿਆਦਾ ਡੰਗਰ ਵੀ ਰੱਖੇ ਜਾ ਸਕਦੇ ਨੇ? ਆ ਰੱਖੇ ਜਾ ਸਕਦੇ ਨੇ, ਪਰ ਲੇਕਿਨ ਇਹ ਕੋਈ ਤਰਤੀਬ ਨਾਲ ਕੰਮ ਹੁੰਦਾ, ਆਹ ਤਰਤੀਬ ਨਾਲ ਨਹੀਂ, ਆਹ ਜਿੱਥੇ ਜਿੱਥੇ ਆਏ ਨੇ ਉੱਥੇ ਉੱਥੇ ਬੰਨ ਦਿੱਤੇ ਨੇ, ਜ਼ਰਾ ਕੋਈ ਕੰਮ ਖਿਲਾਰ ਚ ਸਾਡੀ ਜਗ੍ਹਾ ਆਪਣੀ ਚਾਰ ਚਫੇਰੇ। ਤੇ ਜੱਟ ਸਾਹਿਬ ਐਂਡ ਤੇ ਸਾਨੂੰ ਆਪਣੀ ਮੱਝਾਂ ਦੇ ਬਾਰੇ ਥੋੜੀ ਇਨਫੋਰਮੇਸ਼ਨ ਦਿਓ, ਮੱਝਾਂ ਵਿਖਾਓ ਕਿ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀ ਮੱਝ, ਤੇ ਸਾਰਿਆਂ ਚੰਗੀ ਮੱਝ ਕਿਹੜੀ ਹੈ? ਜੀ ਮੱਝ ਜਿਹੜੀ ਉਹ ਬੱਜੀਆਂ ਜੇ ਨਹੀਂ ਉੱਥੇ ਜਾ ਕੇ ਜੀ ਜੱਟ ਸਾਹਿਬ, ਇਹ ਜੀ ਸਾਡੀ ਨੀਲੀ ਰਾਵੀ ਦੀ ਨਸਲ ਹੈ। ਠੀਕ ਹੈ, ਇੱਕ ਸਾਡੀ ਉਹ ਮੱਝ ਬੱਜੀ ਨੀਲੀ ਰਾਵੀ ਦੀ, ਸਾਡੀ ਉਹ, ਇਹ ਸਾਡੀ ਖਰੀਦ ਹੈ ਤਕਰੀਬਨ 3.5 ਲੱਖ ਰੁਪਏ ਦੀ। ਠੀਕ ਹੈ। ਤੇ ਇਹ ਸਾਡੇ ਕੋਲ ਕਾਫੀ ਆਈਟਮਾਂ ਬੱਜੀਆਂ ਨੇ, ਜੱਟ ਸਾਹਿਬ ਮੁxtਲਫ ਜੀਆਂ ਜਿਹੜੀ ਨਸਲਾਂ ਨੇ। ਕੀ ਵਜ੍ਹਾ ਕਿ ਛਟੀਕੀਆਂ ਵੀ ਨੇ ਤੇ ਮਹਿੰਗੀਆਂ ਵੀ ਨੇ? ਜਿੱਦ ਚਟੀਕੀਆਂ ਨਹੀਂ ਵੇਖਿਆ ਜਾਂਦਾ, ਵੇਖੀ ਜਾਂਦੀ ਨਸਲ। ਅੱਛਾ। ਇਹਨਾਂ ਦਾ ਥਣ ਵੇਖੋ, ਇਹਨਾਂ ਦਾ ਜਿਹੜਾ ਇਹ ਦੁੱਧ ਵੇਖੋ, ਦੁੱਧ ਦੀ ਐਵਰੇਜ ਵੇਖੋ, ਉਹ ਵੇਖੀ ਜਾਂਦੀ ਹੈ। ਚਟੀਕੀ ਦਾ ਨਹੀਂ ਹੁੰਦਾ, ਇਹ ਵੇਖੀ ਦੇ ਨੇ ਸਿੱਧੀ ਪੱਧਰੀ ਹੋਣੀ ਚਾਹੀਦੀ ਹੈ। ਅੱਛਾ। ਠੀਕ ਹੈ, ਹੁਣ ਸਾਡੇ ਕੋਲ ਕਾਫੀ ਸਾਰੀਆਂ ਆਈਟਮਾਂ ਬੱਜੀਆਂ ਨੇ ਜਿਹੜੀਆਂ ਬੜੀਆਂ ਬੜੀਆਂ ਉੱਚੀਆਂ ਲੰਮੀਆਂ ਜੜੀਆਂ ਵੀ ਹੈ ਨੇ, ਪਰ ਲੇਕਿਨ ਉਹਨਾਂ ਦਾ ਇਹ ਵੇਖੋ, ਉਹਨਾਂ ਦੀ ਦੁੱਧ ਦੀ ਥੋੜੀ ਜਿਹੀ ਆ ਕੇ ਤੇ ਪੈਦਾਵਾਰ ਘਟ ਜਾਂਦੀ ਹੈ। ਇਹ ਕਿੰਨੇ ਸੂਏ ਜੇ? ਇਹ ਜੀ ਦੂਜੇ ਸੂਏ ਜੇ। ਤੇ ਕਿੰਨਾ ਦੁੱਧ ਦੇ ਰਹੀਆਂ ਜੇ? ਇਹ ਦੁੱਧ ਦੇ ਰਹੀਆਂ ਜੇ ਸਾਨੂੰ ਇਸ ਟਾਈਮ 12 ਕਿਲੋ ਇੱਕ ਟਾਈਮ ਦਾ? ਇੱਕ ਟਾਈਮ ਦਾ। 24 ਕਿਲੋ 2 ਟਾਈਮਾਂ ਦਾ ਜੀ। ਕਦੀ ਚੋ ਕੇ ਚੈੱਕ ਕਰ ਲਈਏ? ਇਨਸ਼ਾਅੱਲਾ ਜ਼ਰੂਰ, ਸ਼ਾਮੀ ਆ ਜਾਈਏ। ਮੈਂ ਨਾ ਜ਼ਰੂਰ। ਜਿੰਦਾਬਾਦ। ਅੱਛਾ ਸਰ, ਅਗਰ ਕਿਸੇ ਦੋਸਤ ਨੇ ਮੱਝਾਂ ਲੈਣੀਆਂ ਹੋਣ ਜਾਂ ਮੱਝਾਂ ਦੇ ਹਵਾਲੇ ਨਾਲ ਕੋਈ ਮਾਲੂਮਾਤ ਲੈਣੀ ਹੋਵੇ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ? ਜ਼ਰੂਰ ਕਰੇ ਇਨਸ਼ਾਅੱਲਾ। ਤੇ ਕੋਈ ਦੱਸੋ ਰਾਬਤਾ ਨੰਬਰ। 0342 ਅੱਛਾ 490 194 ਅਲੀ ਹਸਨ ਚੀਮਾ ਮੇਰਾ ਨਾਮ ਹੈ। ਠੀਕ ਹੈ। ਭੋਪਾਲ ਵਾਲਾ ਤੋਂ ਬਲਾਜ ਕਰਨਾ ਵਾ ਮੈਂ। ਠੀਕ ਹੈ। ਤੇ ਇਨਸ਼ਾਅੱਲਾ ਕਿਸੇ ਭਾਈ ਨੂੰ ਕਿਸੇ ਡੰਗਰ ਦੀ ਮਾਲੂਮਾਤ ਜਾਂ ਕਿਸੇ ਦਾ ਕੋਈ ਰੇਟ ਜਾਂ ਕਿਸੇ ਨੂੰ ਚਾਹੀਦੀ ਹੋਏ ਜੀ ਤੇ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰੇ। ਠੀਕ ਹੈ। ਜ਼ਿੰਦਾਬਾਦ। ਇਨਸ਼ਾਅੱਲਾ ਉਹਨੂੰ ਮਜ਼ਾ ਆਏਗਾ ਸਾਡੇ ਨਾਲ ਕੰਮ ਕਰਨ ਦਾ। ਇਨਸ਼ਾਅੱਲਾ ਜੀ। ਨੰਬਰ ਰਿਪੀਟ ਕਰ।